Hello friends, welcome to you all in my channel UGC Net with Satinder। ਅੱਜ ਆਪਾਂ ਬਹੁਤ ਦੇਰ ਬਾਅਦ ਤੁਹਾਨੂੰ ਇਸ ਵੀਡੀਓ 'ਚ ਮਿਲ ਰਹੇ ਹਾਂ ਔਰ ਇਸ ਵੀਡੀਓ 'ਚ ਕਰਨ ਜਾ ਰਹੇ ਹਾਂ ਲੇਟੈਸਟ ਥਿਊਰੀ ਆਫ ਡੈਮੋਕ੍ਰੇਸੀ ਵਿਸ਼ਿਸ਼ਟ ਵਰਗ ਦਾ ਲੋਕਤੰਤਰੀ ਸਿਧਾਂਤ। ਇਸ ਸਿਧਾਂਤ ਦੇ ਵਿੱਚ ਆਪਾਂ ਫੋਕਸ ਕਰਨ ਇਸ ਸਿਧਾਂਤ ਦੇ ਵਿੱਚ ਡਿਫਰੈਂਟ ਪੋਲੀਟੀਕਲ ਥਿੰਕਰਸ ਹੈ ਜਿਨ੍ਹਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਐਜ਼ ਯੂ ਕੈਨ ਸੀ ਔਨ ਯਰ ਸਕਰੀਨ, ਗੈਲਟੈਨੋ ਮੋਸੋਕਾ, ਵਿਲਫਰਡੋ ਪ੍ਰੇਟੋ, ਰੋਬਰਟ ਮਿਚਲਸ, ਜੋਸਫ A. Schumpeter, then we have C. Wright Mills, James Bonham and Howard Loswell। इन्ना थिंकर्स ने पॉलिटिकल थिंकर्स ने फोकस किया है कि एज वी ऑल नो कि जिहड़ी लोकतंत्र है लोकां दी लोकां लई लोकां वल्लों चलाई गई सरकार हुंदी है। अकॉर्डिंग टू दैम एक्चुअली ये सरकार लोकां वल्लों नहीं चलाई जाती। ये सरकार बहुत घट गिणती लोग ਜਿਹੜੇ ਕਿ शासन ਤੇ कंट्रोल करते और ਉਹਨਾਂ ਕੋਲ ਸਾਰੀ ਸਮੁੱਚੀ ਪੋਲੀਟੀਕਲ ਪਾਵਰ ਹੁੰਦੀ ਹੈ। ਐਕਚੁਅਲੀ ਦੇ ਆਰ ਆਰਗੇਨਾਈਜ਼ਡ, ਬੜੀ ਚੰਗੀ ਤਰ੍ਹਾਂ ਉਹ ਆਰਗੇਨਾਈਜ਼ਡ ਹੁੰਦੇ ਆ। ਉਹਨਾਂ ਦਾ ਪ੍ਰੋਫੈਸ਼ਨ ਦੇ ਕੇਮ ਇਨਟੂ ਪੋਲੀਟਿਕਸ, ਜੇ ਚੂਜ਼ ਪੋਲੀਟਿਕਸ ਐਜ਼ ਦੇ ਪ੍ਰੋਫੈਸ਼ਨ। ਉਹ ਜਿਹੜੇ ਲੋਕ ਨੇ ਉਹ ਲੂੰਬੜੀਆਂ ਵਾਂਗੂ ਚਲਾਕ ਹੁੰਦੇ ਆ, ਸ਼ੇਰਾਂ ਵਾਂਗੂ ਬਹੁਤ ਬਹਾਦਰ ਹੁੰਦੇ ਆ ਔਰ ਉਹਨਾਂ ਦਾ ਮੇਨ ਮੋਟਿਵ ਹੁੰਦਾ ਆ ਪੋਲੀਟੀਕਲ ਪਾਵਰ ਗੇਨ ਕਰਨਾ। ਅਸਲ ਦੇ ਵਿੱਚ ਉਹ ਆਰਗੇਨਾਈਜ਼ਡ, ਬੜੇ ਹੀ ਆਰਗੇਨਾਈਜ਼ਡ, ਵੈਲ ਆਰਗੇਨਾਈਜ਼ਡ ਹੁੰਦੇ ਆ। ਉਹ ਕੋਈ ਕੰਮ ਵੀ ਬਿਨਾਂ ਪ੍ਰੀ ਪਲੈਨਿੰਗ ਤੋਂ ਨਹੀਂ ਕਰਦੇ। ਬਹੁਤ ਹੀ ਉਹਨਾਂ ਦੇ ਵਿੱਚ ਚਲਾਕੀ ਹੁੰਦੀ ਆ, ਫੌਕਸ ਵਾਂਗੂ ਸਿਚੁਏਸ਼ਨ ਨੂੰ ਬੜੀ ਵਧੀਆ ਤਰੀਕੇ ਨਾਲ ਟੈਕਲ ਕਰ ਲੈਂਦੇ ਆ। ਬਹਾਦਰੀ ਦੇ ਨਾਲ ਲਾਇਨ ਵਰਗਾ ਉਹਨਾਂ ਦਾ ਦਿਲ ਅਤੇ ਦਿਮਾਗ ਜਿਹੜਾ ਆ ਉਹਨਾਂ ਦਾ ਇੱਕ ਲੂੰਬੜੀ ਵਰਗਾ ਹੁੰਦਾ ਆ। ਅਤੇ ਉਹਨਾਂ ਦੇ ਵਿੱਚ ਇਹ ਪਾਵਰ ਹੁੰਦੀ ਆ, ਇਹ ਐਬਿਲਿਟੀ ਹੁੰਦੀ ਆ ਕਿ ਉਹ ਇੰਨੀ ਘੱਟ ਗਿਣਤੀ 'ਚ ਹੋ ਕੇ ਵੀ ਬਹੁਤ ਮਾਸਿਸ ਦੇ ਉੱਪਰ, ਆਮ ਲੋਕਾਂ ਦੇ ਉੱਪਰ, ਉਹਨਾਂ ਦੇ ਮਾਇੰਡਸ ਦੇ ਉੱਪਰ ਕੰਟਰੋਲ ਕਰ ਸਕਦੇ ਆ। ਐਕਚੁਅਲੀ ਕਹਿੰਦੇ ਹਾਰਡ ਐਂਡ ਕੋਰ ਰਿਐਲਿਟੀ ਆਫ ਦਾ ਡੈਮੋਕ੍ਰੇਸੀ ਐਂਡ ਸੋਸਾਇਟੀ is that democracy is not being run by the people. Actually it is running by the very few people of the society। बड़े थोड़े लोग ਜਿਹੜੇ ਨੇ ਉਹਨਾਂ ਵੱਲੋਂ ਰਾਜਨੀਤੀ ਨੂੰ ਤੇ ਲੋਕਤੰਤਰ ਨੂੰ ਚਲਾਇਆ ਜਾ ਰਿਹਾ ਹੈ। ਪਹਿਲੇ ਥਿੰਕਰ ਹੈ ਜਿਨ੍ਹਾਂ ਉੱਪਰ ਅਸੀਂ ਗੱਲ ਕਰਦੇ ਹਾਂ, ਜਿਨ੍ਹਾਂ ਨੇ ਮੇਨ ਫੋਕਸ ਕੀਤਾ ਕਿ ਲੋਕ ਹੀ ਚੁਣਦੇ ਆ, ਲੋਕ ਹੀ ਇਹਨਾਂ ਨੂੰ ਚੁਣਦੇ ਆ। ਇਹਨਾਂ ਦੇ ਵਿੱਚ ਅਸਲ 'ਚ ਕਹਿੰਦੇ ਐਬਿਲਿਟੀ ਹੁੰਦੀ ਆ ਕਿ ਲੋਕਾਂ ਦੇ ਮਾਇੰਡਸ 'ਤੇ ਕੰਟਰੋਲ ਕਰ ਸਕਦੇ ਆ। ਲੋਕਾਂ ਨੂੰ ਜਿਹੜਾ ਆ ਆਮ ਲੋਕਾਂ ਦੇ ਉੱਪਰ ਜਿਹੜੇ ਨੇ ਇਹਨਾਂ ਦੀ ਮਾਇੰਡਸ ਨੂੰ, ਉਹਨਾਂ ਦੀਆਂ ਪ੍ਰੋਬਲਮਸ ਨੂੰ ਮੈਨੂਪੂਲੇਸ਼ਨ, ਇਹਨਾਂ ਵਿੱਚ ਪ੍ਰਭਾਵ ਪਾਉਣ ਦੀ ਬੜੀ ਅੱਛੀ ਸ਼ਕਤੀ ਹੁੰਦੀ ਆ ਕਿ ਉਹ ਆਮ ਲੋਕਾਂ ਨੂੰ ਆਪਣੇ ਉਹਨਾਂ ਗੱਲਾਂ ਦੇ ਵਿੱਚ ਭਰਮਾ ਕੇ ਅਤੇ ਉਹਨਾਂ ਦੇ ਕੋਲੋਂ ਵੋਟਾਂ ਲੈ ਕੇ ਰਾਜਨੀਤੀ ਉੱਪਰ ਕੰਟਰੋਲ ਕਰ ਲੈਂਦੇ ਆ। ਬੜੀ ਥੋੜ੍ਹੀ ਗਿਣਤੀ 'ਚ, ਜ਼ਿਆਦਾਤਰ ਇਹ ਅਮੀਰ ਲੋਕ ਹੁੰਦੇ ਆ। ਅਮੀਰ ਲੋਕਾਂ ਦੇ ਹੱਥ ਦੇ ਵਿੱਚ ਰਾਜਨੀਤਿਕ ਸੱਤਾ ਰਹਿੰਦੀ ਹੈ ਲੋਕਤੰਤਰ ਦੀ। ਇਹ ਜਿਹੜੇ ਆ ਇਹਨਾਂ ਥਿੰਕਰਸ ਦੇ ਵੱਲੋਂ ਵਿਚਾਰ ਪ੍ਰਗਟ ਕੀਤੇ ਗਏ ਆ। ਅੱਜ ਮੈਂ ਤੁਹਾਡੇ ਨਾਲ ਇਹ ਵਾਲਾ ਸਿਧਾਂਤ ਡਿਸਕਸ ਕਰ ਰਹੀ ਹਾਂ। ਫਸਟ ਥਿੰਕਰ ਹੈ ਆਪਣੇ ਗੈਲਟੈਨੋ ਮੋਸਕਾ। ਉਹਨਾਂ ਨੇ ਆਪਣੀ ਕਿਤਾਬ ਲਿਖੀ ਆ ਦ ਰੂਲਿੰਗ ਕਲਾਸ। 1896 ਦੇ ਵਿੱਚ ਕਿਤਾਬ ਲਿਖੀ ਹੈ ਅਤੇ ਉਹਦੇ ਵਿੱਚ ਉਹਨਾਂ ਨੇ ਬੜਾ ਕਲੀਅਰ ਕੱਟ ਡਿਮਾਰਕੇਟ ਕੀਤਾ ਹੈ ਕਿ ਦੋ ਵਰਗ ਹੈ ਲੋਕਤੰਤਰ ਦੇ। ਪਹਿਲਾ ਵਰਗ ਹੈ ਰੂਲਿੰਗ, ਜਿਹੜੇ ਕਿ ਸ਼ਾਸਨ ਕਰਦੇ ਆ। ਦੂਸਰਾ ਵਰਗ ਹੈ ਰੂਲਡ, ਜਿਨ੍ਹਾਂ ਦੇ ਉੱਪਰ ਸ਼ਾਸਨ ਕੀਤਾ ਜਾਂਦਾ ਹੈ। ਜਿਹੜੇ ਐਕਚੁਅਲੀ ਉਹਨਾਂ ਨੇ ਵੇਖੋ ਕਲੀਅਰ ਕੱਟ ਦੋ ਸੈਕਸ਼ਨ ਬਣਾ ਦਿੱਤੇ ਆ ਪੂਰੇ ਸਮਾਜ ਦੇ। ਇੱਕ ਉਹ ਜਿਨ੍ਹਾਂ ਨੇ ਸ਼ਾਸਨ ਕਰਨਾ ਆ, ਇੱਕ ਉਹ ਜਿਨ੍ਹਾਂ ਉੱਪਰ ਸ਼ਾਸਨ ਹੁੰਦਾ ਆ। ਔਰ ਜਿਹੜੇ ਸ਼ਾਸਨ ਕਰਦੇ ਨੇ ਦੇ ਆਰ ਵੈਰੀ ਫਿਊ ਇਨ ਨੰਬਰ, ਬਹੁਤ ਥੋੜ੍ਹੇ ਜਿਹੇ ਲੋਕ ਹੈ
ਜੇ ਆਪਾਂ ਇਹਨੂੰ ਇਸ ਤਰ੍ਹਾਂ ਵੀ ਕਰ ਲਈਏ ਕਿ ਇਹ ਦੇਖੋ ਇੱਕ ਬਹੁਤ ਵੱਡਾ ਸਮਾਜ ਹੈ, ਸਮਾਜ ਨੂੰ ਜਿਹੜੇ ਚਲਾ ਰਹੇ ਨੇ ਐਕਚੁਅਲੀ ਸੈਂਟਰ ਆਫ ਦਾ ਸੁਸਾਇਟੀ, ਦੇ ਆਰ ਐਕਚੁਅਲੀ ਵੈਰੀ ਫਿਊ, ਬਹੁਤ ਹੀ ਘੱਟ ਗਿਣਤੀ। ਜੇ ਆ ਕਰੋੜਾਂ ਲੋਕ ਇੱਥੇ ਬੈਠੇ ਹੈਗੇ ਆ, ਇਹਨਾਂ ਕਰੋੜਾਂ ਦੇ ਵਿੱਚੋਂ ਇਹਨਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਹੈ, ਸੈਂਕੜੇ ਦੀ ਗਿਣਤੀ 'ਚ ਹੈ, ਸਿਰਫ ਬਹੁਤ ਥੋੜੇ ਲੋਕ ਹੈ। ਜਿਵੇਂ ਹੁਣ ਤੁਸੀਂ ਪੰਜਾਬ ਦੇ ਵਿੱਚ ਵੇਖ ਲਓ, ਕੁਝ ਕੀ ਫੈਮਲੀਜ਼ ਦੀ ਮੋਨੋਪੋਲੀ ਹੈ ਪੂਰੇ ਪੋਲੀਟੀਕਲ ਡਿਸੀਜ਼ਨ ਮੇਕਿੰਗ ਤੇ ਜਾਂ ਪੋਲੀਟੀਕਲ ਪਾਵਰ ਤੇ ਬਾਰ-ਬਾਰ ਉਹ ਰਿਪੀਟ ਹੋ ਰਹੇ ਆ। ਤੁਸੀਂ ਦੇਖੋ ਪੱਠਲ ਫੈਮਲੀ ਹੈ, ਢੀਂਡਸਾ ਫੈਮਲੀ ਹੈ, ਬਾਦਲ, ਕੈਪਟਨ, ਮਜੀਠੀਆ ਆਦਿ। ਦੇਖਿਆ ਜਾਵੇ ਤਾਂ ਕੁਝ ਬਹੁਤ ਥੋੜੇ ਲੋਕ ਹੈ, ਕੈਰੋ ਫੈਮਲੀ ਹੈ, ਜਿਨ੍ਹਾਂ ਦੇ ਵਿੱਚ ਅਗੇਨ ਐਂਡ ਅਗੇਨ ਦੇ ਆਰ ਰਿਪੀਟਿੰਗ, ਦੇ ਆਰ ਗੈਟਿੰਗ ਪੋਲੀਟੀਕਲ ਪਾਵਰ ਐਂਡ ਹਰ ਵਾਰੀ ਇਲੈਕਸ਼ਨਸ ਦੇ ਵਿੱਚ ਇੱਕ ਨਵਾਂ ਪਾਪੂਲਰ ਸਲੋਗਨ ਜਾਂ ਮੁੱਦਾ ਲੈ ਕੇ ਲੋਕਾਂ ਦੇ ਕੋਲ ਆ ਜਾਂਦੇ ਆ, ਲੋਕਾਂ ਨੂੰ ਭਰਮਾ ਲੈਂਦੇ ਆ ਔਰ ਲੋਕ ਉਹਨਾਂ ਨੂੰ ਵੋਟ ਪਾਉਂਦੇ ਆ। ਦੇ ਆਰ ਵੈਰੀ ਫਿਊ ਇਨ ਨੰਬਰ ਅਕੋਰਡਿੰਗ ਟੂ ਮਸੋਕਾ, ਕਿ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਹੁੰਦੀ, ਪਰ ਉਹਨਾਂ ਦੇ ਵਿੱਚ ਕੁਆਲਿਟੀ ਇਹ ਹੁੰਦੀ ਹੈ ਕਿ ਦੇ ਆਰ ਆਰਗੇਨਾਈਜ਼ਡ, ਸੰਗਠਿਤ ਹੁੰਦੇ ਆ। ਉਹ ਇੱਕ ਦਲ ਦੂਜੇ ਦਲ ਦੀ ਜਾਂ ਇੱਕ ਵੱਡਾ ਨੇਤਾ ਦੂਜੇ ਵੱਡੇ ਨੇਤੇ ਦੀ ਆਲੋਚਨਾ ਓਨੀ ਕੁ ਕਰਦਾ ਹੈ, ਉਹਦੀ ਦੁਸ਼ਮਣੀ ਨਹੀਂ ਹੁੰਦੀ ਉਹਦੇ ਨਾਲ। ਉਹ ਸਿਰਫ ਆਲੋਚਨਾ ਇਸ ਲਈ ਕਰਦਾ ਹੈ ਕਿ ਰਾਜਨੀਤਿਕ ਤਾਕਤ ਉਹਦੇ ਕੋਲ ਨਾ ਜਾਵੇ ਦੂਸਰੇ ਕੋਲ, ਤੇ ਮੇਰੇ ਕੋਲ ਉਹ ਰਾਜਨੀਤਿਕ ਸ਼ਕਤੀ ਆ ਜਾਵੇ, ਇਸ ਕਰਕੇ ਆਲੋਚਨਾ ਕੀਤੀ ਜਾਂਦੀ ਆ। ਔਰ ਉਹ ਇੱਕ ਦੂਜੇ ਦੇ ਫਰੈਂਡ ਹੁੰਦੇ ਆ। ਉਹ ਆਲੋਚਨਾ ਸਿਰਫ ਸ਼ਕਤੀ ਪ੍ਰਾਪਤ ਕਰਨ ਲਈ ਹੁੰਦੀ, ਦੁਸ਼ਮਣੀ ਲਈ ਨਹੀਂ ਹੁੰਦੀ। ਐਕਚੁਅਲੀ ਦੇ ਆਰ ਵੈਰੀ ਕਲੈਵਰ, ਦੇ ਆਰ ਵੈਰੀ ਆਰਗੇਨਾਈਜ਼ਡ, ਦੇ ਆਰ ਵੈਰੀ ਵਾਈਜ਼ ਪਰਸਨ। ਔਰ ਉਹਨਾਂ ਕੋਲ ਅਬਵ ਦਾ ਆਲ ਉਹਨਾਂ ਕੋਲ ਪੈਸਾ ਵੀ ਹੁੰਦਾ, ਉਹਨਾਂ ਦੀ ਸਿਆਣਪ ਦੇ ਨਾਲ ਉਹ ਆਰਗੇਨਾਈਜ਼ਡ ਹੁੰਦੇ ਆ। ਅਰੇ ਉਹਨਾਂ ਦੇ ਕੋਲ ਹੀ ਰਾਜਨੀਤਿਕ ਸ਼ਕਤੀ ਰਹਿੰਦੀ ਆ, ਤੇ ਰਾਜਨੀਤਿਕ ਪਾਵਰ ਨੂੰ ਉਹ ਲੋਕ ਹੀ ਹੋਲਡ ਕਰਕੇ ਰੱਖਦੇ ਆ ਉਹਨਾਂ ਦੇ ਕੋਲ। ਔਰ ਉਹਨਾਂ ਦਾ ਪਰਪਸ ਇਹ ਹੁੰਦਾ ਹੈ ਕਿ ਰਾਜਨੀਤਿਕ ਸ਼ਕਤੀ ਜਿਹੜੀ ਆ ਉਹ ਉਹਨਾਂ ਦੇ ਕੋਲ ਬਾਰ-ਬਾਰ ਆ ਜਾਵੇ ਔਰ ਉਹ ਕੰਟਰੋਲ ਕਰਦੇ ਆ, ਔਰ ਉਹਨਾਂ ਦੀ ਮੋਨੋਪੋਲੀ ਰਹਿੰਦੀ ਹੈ ਡਿਸੀਜਨ ਮੇਕਿੰਗ ਦੀ। ਇਹੀ ਤਾਂ ਸਭ ਤੋਂ ਅੱਛਾ ਕਹਿੰਦੇ ਗੁਣ ਹੈ ਉਹਨਾਂ ਦੇ ਕੋਲ, ਕਿ ਉਹਨਾਂ ਦੇ ਕੋਲ ਰਾਜਨੀਤਿਕ ਨਿਰਣੇ ਲੈਣ ਦੀ ਇੱਕ ਬੜੀ ਵਧੀਆ ਤਾਕਤ, ਗੋਡ ਗਿਫਟਡ ਪਾਵਰ ਹੁੰਦੀ ਆ ਉਹਨਾਂ ਕੋਲ। ਉਹਨਾਂ 'ਚ ਉਹ ਆਪਣੀ ਇਹ ਸਕਿੱਲ ਨੂੰ ਡਿਵੈਲਪ ਵੀ ਕਰਦੇ ਆ ਕਿ ਜਿੰਨੇ ਰਾਜਨੀਤਿਕ ਨਿਰਣੇ ਆ ਉਹ ਉਹਨਾਂ ਦੇ ਵੱਲੋਂ ਲਏ ਜਾਣ, ਇਹ ਪਾਵਰ ਹੁੰਦੀ ਆ। ਔਰ ਪੋਲੀਟੀਕਲ ਪਾਵਰ ਨੂੰ ਉਹ ਕੰਟਰੋਲ ਕਰਕੇ ਰੱਖਦੇ ਆ। ਵੇਖਿਆ ਜਾਵੇ ਤੁਸੀਂ ਸਾਰੇ ਮੁਲਕਾਂ ਦੇ ਵਿੱਚ ਜਿੰਨੇ ਵੀ, ਅਗਰ ਤੁਸੀਂ ਪੰਜਾਬ ਦੀ ਆਪਾਂ ਗੱਲ ਕਰ ਹੀ ਚੁੱਕੇ ਹਾਂ, ਇੰਡੀਆ ਦੇ ਵਿੱਚ ਜਾਓ ਤਾਂ ਇੰਡੀਆ ਦੇ ਵਿੱਚ ਵੀ ਆਲ ਓਵਰ ਇੰਡੀਆ ਦੇ ਵਿੱਚ ਵੀ ਕੁਝ ਕੁ ਫੈਮਲੀਜ਼ ਹੈ। ਤੁਸੀਂ ਦੇਖ ਲਓ ਠਾਕਰੇ ਫੈਮਲੀ ਹੈ, ਬਾਦਲ ਫੈਮਲੀ ਹੈ, ਕੈਪਟਨ ਹੈ, ਮਾਧਵਰਾਓ ਸਿੰਧੀਆ ਹੈ, ਪਾਇਲਟ ਹੈ, ਗਾਂਧੀ ਹੈ, ਇਹ ਆਦਿਕ ਫੈਮਲੀਜ਼ ਯੂ ਵਿਲ ਸੀ, ਨਾਇਡੂ ਫੈਮਲੀ ਹੈ। ਯੂ ਵਿਲ ਸੀ ਕਿ ਦੇ ਆਰ ਵੈਰੀ ਫਿਊ ਐਂਡ they are repeating by the people, they are playing some games with the minds of the people। ਤੇ ਉਹ ਜਿਹੜੇ ਲੋਕ ਨੇ ਉਹ ਜਿਹੜੇ ਨੇ ਉਹਨਾਂ ਦੇ ਟ੍ਰਿਕਸ ਨੂੰ ਉਹਨਾਂ ਨੂੰ ਭਰਮਾਉਂਦੇ ਆ, ਉਹਨਾਂ ਦੇ ਦਿੱਤੇ ਗਏ ਸਲੋਗਨ, ਉਹਨਾਂ ਦੇ ਟ੍ਰਿਕਸ ਤੇ ਉਹਦੇ ਅਕੋਰਡਿੰਗ ਹੀ ਚੱਲਦੇ ਆ ਤਾਂ ਔਰ ਪੋਲੀਟੀਕਲ ਪਾਵਰ ਨੂੰ ਹੋਲਡ ਕਰਦੇ ਆ। ਔਰ ਰਾਜਨੀਤਿਕ ਜਿਹੜੇ ਐਡਵਾਂਟੇਜਸ ਹੈ, ਜਿੰਨੇ ਵੀ ਰਾਜਨੀਤਿਕ ਫਾਇਦੇ ਆ, ਮੇਨ ਪਰਪਸ ਉਹਨਾਂ ਦੇ ਹੁੰਦਾ ਹੈ ਕਿ ਅਸੀਂ ਇਹ ਲਈਏ। ਔਰ ਉਹ ਉਹ ਆਉਂਦੇ ਹੀ ਰਾਜਨੀਤੀ ਦੇ ਵਿੱਚ ਉਹਨੂੰ ਆਪਣਾ ਕਿੱਤਾ, ਜਿਵੇਂ ਬਾਕੀ ਲੋਕਾਂ ਦਾ ਇੱਕ ਕਿੱਤਾ ਹੁੰਦਾ ਆ ਔਰ ਉਹ ਆਪਣਾ ਕੰਮ ਕਰਦੇ ਆ, ਉਹਨਾਂ ਦਾ ਵੀ ਰਾਜਨੀਤਿਕ ਇੱਕ ਕੰਮਕਾਰ, ਉਹਨਾਂ ਦਾ ਇੱਕ ਕਿੱਤਾ ਹੁੰਦਾ ਆ। ਔਰ ਉਹ ਜਿਹੜੇ ਨੇ ਉਹਦੇ ਵਾਸਤੇ ਨਵੀਆਂ ਜਿਹੜੀਆਂ, ਜਿਵੇਂ ਇੱਕ ਇੰਡਸਟਰੀਅਲਿਸਟ ਨਵੇਂ ਪ੍ਰੋਡਕਟ ਅਕੋਰਡਿੰਗ ਟੂ ਦਾ ਸਿਚੁਏਸ਼ਨ ਐਂਡ ਜਿਵੇਂ ਲੋਕਾਂ ਦੀਆਂ ਜ਼ਰੂਰਤਾਂ ਤੇ ਮਾਈਂਡ ਚੇਂਜ ਹੁੰਦੇ ਆ, ਨਵੇਂ ਪ੍ਰੋਡਕਟ ਲਾਂਚ ਕਰਦੇ ਆ ਕੋਈ ਨਵੀਂ। ਇਸੇ ਤਰ੍ਹਾਂ ਹੀ ਉਹ ਜਿਹੜੇ ਨੇ ਹਰ 5 ਸਾਲ ਬਾਅਦ ਸਾਡੇ ਸਾਹਮਣੇ ਇੱਕ ਨਵਾਂ ਆਈਡੀਆ, ਇੱਕ ਨਵਾਂ ਚੀਜ਼ ਪੇਸ਼ ਕਰਦੇ ਆ ਕਿ ਜਿਹਨੂੰ ਜਿਹਦੇ ਵਿੱਚ ਭਰਮ ਕੇ ਲੋਕ ਉਹਨਾਂ ਨੂੰ ਵੋਟਾਂ ਪਾਉਂਦੇ ਆ ਔਰ ਹਮੇਸ਼ਾ ਆਪਣੇ ਆਪ ਨੂੰ ਜਿਹੜੇ ਆ ਉਹ ਕੰਟਰੋਲ ਕਰਦੇ ਆ ਉਹਨਾਂ ਲੋਕਾਂ ਦੇ ਇਸ ਤਰ੍ਹਾਂ। ਤੇ ਉਹ ਐਕਚੁਅਲੀ ਦੇ ਆਰ ਮਾਈਨੋਰਿਟੀ। ਵੇਖਿਆ ਜਾਵੇ ਉਹਨਾਂ ਦੇ ਕੁਝ ਬਹੁਤ ਥੋੜੇ ਲੋਕ ਨੇ ਐਂਡ ਦੇ ਆਰ ਕੰਟਰੋਲਿੰਗ ਮੈਜੋਰਿਟੀ। ਨੰਬਰ ਇਜ਼ ਵੈਰੀ ਹਾਈ ਉਹਨਾਂ ਲੋਕਾਂ ਦੇ ਜਿਨ੍ਹਾਂ 'ਤੇ ਉਹ ਕੰਟਰੋਲ ਕਰ ਰਹੇ ਨੇ, ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਡੀ ਹੈ। ਜਿਨ੍ਹਾਂ ਉੱਪਰ ਕੰਟਰੋਲ ਕੀਤਾ ਜਾ ਰਿਹਾ ਉਹ ਜ਼ਿਆਦਾ ਗਿਣਤੀ 'ਚ ਹੈ, ਜਿਨ੍ਹਾਂ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਹੈ। ਕੁਝ ਖਾਸ ਐਬਿਲਿਟੀਜ਼ ਹੈ। ਹਾਂਜੀ, ਤੋ ਜਿਹੜੇ ਸੈਕਿੰਡ ਆਪਣੇ ਕੋਲ ਪੋਲੀਟੀਕਲ ਸਕਾਲਰ ਹੈ ਜਿਹੜੇ ਗੱਲ ਕਰ ਰਹੇ ਹੈ
ਪੋਲੀਟੀਕਲ ਇਸ ਸਿਧਾਂਤ ਦੀ ਵਿਸ਼ਿਸ਼ਟ ਵਰਗੀ ਸਿਧਾਂਤ ਦੀ ਉਹ ਹੈਗੇ ਵੈਲਫਰੈਡੋ ਪ੍ਰੈਟੋ। ਉਹਨਾਂ ਦੀ ਕਿਤਾਬ ਲਿਖੀ ਗਈ ਹੈ 1916 ਦੇ ਵਿੱਚ, ਉਸ ਦਾ ਨਾਮ ਹੈਗਾ ਦਾ ਮਾਈਂਡ ਐਂਡ ਸੁਸਾਇਟੀ। ਇਹਨਾਂ ਨੇ ਥੋੜ੍ਹਾ ਜਿਹਾ ਉਸ ਚੀਜ਼ ਨੂੰ ਹੀ ਅੱਗੇ ਕੈਰੀ ਫਾਰਵਰਡ ਕੀਤਾ ਹੈ ਕਿ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਹੈ। ਐਕਚੁਅਲੀ ਘੱਟ ਵੀ ਆ, ਵੇਖਿਆ ਜਾਵੇ ਤੁਸੀਂ ਅਮਰੀਕਾ 'ਚ ਵੀ ਜਾ ਨੂੰ ਦੀ ਪੋਲੀਟਿਕਸ ਨੂੰ ਅਗਰ ਦੇਖਦੇ ਹੋ, ਕੁਝ ਕੁ ਫੈਮਲੀਜ਼ ਦਾ ਕੰਟਰੋਲ ਹੈ ਅਮਰੀਕਾ ਦੇ ਵਿੱਚ ਵੀ, ਲਾਈਕ ਜਾਰਜ ਬੁਸ਼, ਜਾਰਜ ਬੁਸ਼, ਬਿਲ ਕਲਿੰਟਨ, ਹਿਲੇਰੀ ਕਲਿੰਟਨ, ਇਸੇ ਤਰ੍ਹਾਂ ਹੀ ਜਿਹੜੇ ਹੈਗੇ ਆ ਅਬਰਾਹਿਮ ਫੈਮਲੀ ਕਿ ਰਿਪੀਟ 'ਚ ਆ ਰਹੇ ਆ। ਉਹ ਫੈਮਲੀਜ਼ ਜਿਹੜੀਆਂ ਨੇ ਉਹ ਜੇ ਪਹਿਲਾਂ ਗਵਰਨਰ ਹੁੰਦੇ ਆ ਕਿਸੇ ਸਟੇਟ ਦੇ ਅਮਰੀਕਾ ਦੇ ਵਿੱਚ ਵੀ, ਫਿਰ ਉਹ ਰਾਸ਼ਟਰਪਤੀ ਬਣਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਬਰਾਕ ਓਬਾਮਾ ਦੀ ਵਾਈਫ ਜਾਂ ਉਹਦੀ ਬੇਟੀ ਪਾਵਰ ਗੇਮ 'ਚ ਆਉਣ। ਤੋ ਇਸੇ ਤਰ੍ਹਾਂ ਹੀ ਰਿਪੀਟੀਸ਼ਨ 'ਚ ਇੰਗਲੈਂਡ ਵੀ ਚਲੇ ਜਾਓ ਤਾਂ ਤੁਸੀਂ ਦੇਖੋ ਉਹ ਪੋਲੀਟੀਕਲ ਅਲੀਟ ਹੈਗੇ ਆ, ਬਟ ਦੇ ਆਰ ਰਿਚ ਐਂਡ ਦੇ ਆਰ ਵੈਰੀ ਫਿਊ ਇਨ ਨੰਬਰ, ਦੇ ਆਰ ਕੰਟਰੋਲਿੰਗ ਪੋਲੀਟੀਕਲ ਪਾਵਰ। ਇਹਦੇ ਵਿੱਚ ਸੇਮ ਉਹੀ ਗੱਲ ਕਰ ਰਿਹਾ ਕਿ ਉਹਨਾਂ ਵਿੱਚ ਅਬਿਲਿਟੀਜ਼ ਬਹੁਤ ਹਾਈ ਹੁੰਦੀਆਂ ਕਿ ਉਹ ਕੰਟਰੋਲ ਕਰ ਸਕਦੇ ਆਮ ਲੋਕਾਂ ਨੂੰ, ਔਰ ਉਹਨਾਂ ਦੇ ਵਿੱਚ ਆਮ ਲੋਕਾਂ ਨੂੰ ਸੰਗਠਿਤ ਤਰੀਕੇ ਨਾਲ ਆਪਣੇ ਵੱਲ ਖਿੱਚ ਕੇ ਉਹਨਾਂ ਕੋਲ ਵੋਟਾਂ ਲੈਣ ਦੀ ਉਹ ਅਬਿਲਿਟੀ ਹੁੰਦੀ ਹੈ, ਔਰ ਉਸ ਤੋਂ ਬਾਅਦ ਦੇ ਡਿਸੀਜ਼ਨ ਲੈਣ ਦੀ ਵੀ ਅਬਿਲਿਟੀ ਹੁੰਦੀ ਆ ਕਿ ਉਹ ਪੋਲੀਟੀਕਲ ਪਾਵਰ ਨੂੰ ਉਹਨਾਂ ਲੰਬਾ ਸਮਾਂ ਕੰਟਰੋਲ ਕਰਕੇ ਰੱਖਦੇ ਆ। ਸੇਮ ਵੇ ਲਾਈਕ ਮੋਸੋਕਾ, ਵੈਲਫਰੈਡ ਪ੍ਰੈਟੋ ਵੀ ਸੁਸਾਇਟੀ ਨੂੰ ਦੋ ਹਿੱਸਿਆਂ 'ਚ ਵੰਡਦੇ ਆ, ਜਦ ਕਿ ਇਹਨਾਂ ਨੇ ਵੰਡਿਆ ਆ ਕਿ ਇੱਕ ਸ਼ਾਸਤ ਵਰਗ ਹੈ ਜਿਹੜਾ ਸ਼ਾਸਨ ਕਰਦਾ, ਇੱਕ ਸ਼ਾਸਕ ਵਰਗ ਹੈ ਜਿਨ੍ਹਾਂ ਉੱਪਰ ਸ਼ਾਸਨ ਹੁੰਦਾ ਹੈ, ਉਹ ਅਨਆਰਗਨਾਈਜ਼ਡ ਹੈਗੇ ਆ, ਗਿਣਤੀ 'ਚ ਬਹੁਤ ਜ਼ਿਆਦਾ ਆ। ਇਹਨਾਂ ਨੇ ਵੀ ਸੇਮ ਇਹੀ ਗੱਲ ਕੀਤੀ ਹੈ। ਇਹਦੇ ਵਿੱਚ ਆ ਕੇ ਸੁਸਾਇਟੀ ਨੂੰ ਵੱਖਰਾ ਲੈ ਲਿਆ ਹੈ ਕਿ ਇੱਕ ਅਪਰ ਸਟ੍ਰੈਟਮ ਹੈਗਾ ਆ, ਇੱਕ ਲੋਅਰ ਸਟ੍ਰੈਟਮ ਹੈਗਾ ਆ। ਅਪਰ ਦੇ ਵਿੱਚ ਅਲੀਟ ਸੈਕਸ਼ਨ ਹੈ ਜਿਨ੍ਹਾਂ ਦੇ ਅੱਗੋਂ ਦੋ ਸੈਕਸ਼ਨਸ ਹੈ। ਵੇਖਿਆ ਜਾਵੇ ਦੋ ਸੈਕਸ਼ਨ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਅਮੀਰ ਲੋਕ ਹੈ, ਇਹ ਅੱਗੋਂ ਕੁਝ ਕੁ ਲੋਕ ਜਿਹੜੇ ਨੇ ਉਹ ਗਵਰਨਿੰਗ ਅਲੀਟ ਹੈ, ਕੁਝ ਲੋਕ ਨਾਨ ਗਵਰਨਿੰਗ ਅਲੀਟ ਹੈ। ਬੈਸਟ ਐਗਜ਼ਾਮਪਲ ਅਗਰ ਤੁਸੀਂ ਵੇਖੋ ਅਡਾਨੀ, ਅੰਬਾਨੀ ਨੇ ਉਹ ਆ ਪਾਵਰ 'ਚ ਨਹੀਂ ਆਏ, ਜਾਂ ਟਾਟਾ ਹੈ, ਜਾਂ ਵੱਡੇ ਇੰਡਸਟਰੀਅਲਿਸਟ ਹੈ, ਕੋਈ ਵੱਡੇ ਐਗਰੀਕਲਚਰ ਜਾਗੀਰਦਾਰ ਹੈ ਆਪਣੇ ਭਾਰਤ ਦੇ। ਜ਼ਰੂਰੀ ਨਹੀਂ ਆ ਕਿ ਉਹ ਜਿਹੜੇ ਆ ਉਹ ਗਵਰਨਿੰਗ ਅਲੀਟ ਹੋਣਗੇ, ਉਹ ਆ ਕੇ ਪਾਵਰ ਸ਼ੇਅਰ ਕਰਨਗੇ, ਪਾਵਰ 'ਤੇ ਕੰਟਰੋਲ ਕਰਨਗੇ ਰਾਜਨੀਤਿਕ ਸ਼ਕਤੀ 'ਤੇ। ਐਕਚੁਅਲੀ ਕਈ ਵਾਰੀ ਉਹ ਪਿੱਛੇ ਰਹਿ ਕੇ ਇਹਨਾਂ ਨੂੰ ਬਣਾਉਣ ਦਾ ਕੰਮ ਕਰਦੇ ਆ ਅਤੇ ਇਹਨਾਂ ਦੇ ਕੋਲੋਂ ਰਾਜਨੀਤਿਕ ਲਾਭ ਲੈਂਦੇ ਆ ਨਾਨ ਗਵਰਨਿੰਗ ਅਲੀਟ। ਸਰਮਾਇਆ ਇਹਨਾਂ ਦੋਨਾਂ ਕੋਲ ਹੀ ਹੁੰਦਾ ਆ, ਪਰ ਜਿਹੜੇ ਰਾਜਨੀਤਿਕ ਸ਼ਕਤੀ ਦੇ ਵਿੱਚ, ਰਾਜਨੀਤਿਕ ਖੇਡ ਦੇ ਵਿੱਚ ਆਉਂਦੇ ਆ, ਦੇ ਆਰ ਵੈਰੀ ਫਿਊ। ਉਹਨਾਂ ਨੂੰ ਅਸੀਂ ਜਿਹੜੇ ਆ ਗਵਰਨਿੰਗ ਅਲੀਟ ਕਹਿੰਦੇ ਆ, ਸ਼ਾਸਨ ਕਰਨ ਵਾਲੇ। ਔਰ ਇਹਨਾਂ ਦੇ ਵਿੱਚ ਇੱਕ ਖਾਸ ਅਬਿਲਿਟੀ ਹੁੰਦੀ ਹੈ ਕਿ ਉਹ ਲੂੰਬੜੀ ਵਾਂਗੂ ਚਲਾਕ ਹੁੰਦੇ ਆ, ਆਪਣੀਆਂ ਗੱਲਾਂ ਦੇ ਨਾਲ ਭਰਮਾਉਂਦੇ ਆ ਲੋਕਾਂ ਨੂੰ, ਨਵੇਂ 5 ਸਾਲ ਬਾਅਦ ਵਾਅਦੇ ਕਰਦੇ ਆ, ਜਾਂ 3 ਸਾਲ ਬਾਅਦ ਕਿਤੇ ਮਿਆਦ ਲੋਕਤੰਤਰ ਦੀ 3 ਸਾਲ ਹੈ, ਅਮਰੀਕਾ 4 ਸਾਲ ਹੈ, ਇੰਗਲੈਂਡ 'ਚ 5 ਸਾਲ ਹੈ, ਕੈਨੇਡਾ 'ਚ 3 ਸਾਲ ਹੈ, ਆਪਣੇ ਭਾਰਤ ਵਿੱਚ 5 ਸਾਲ ਹੈ। ਸੋ ਇਹ ਜਿਹੜੇ ਨੇ ਇਹ ਲੋਕ ਵਾਅਦੇ ਕਰਦੇ ਹੈ, ਚਲਾਕੀ ਦੇ ਨਾਲ ਭਰਮਾਉਂਦੇ ਆ, ਕਾਂਗਰਸ ਲਿਆਓ, ਗਰੀਬੀ ਹਟਾਓ, ਅਜੇ ਤੱਕ ਗਰੀਬੀ ਨਹੀਂ ਹਟੀ, ਇਸੇ ਤਰ੍ਹਾਂ ਹੀ ਰਾਜ ਨਹੀਂ ਸੇਵਾ ਹੈ। ਕਾਫੀ ਸਾਰੇ ਪਾਪੂਲਰ ਸਲੋਗਨ ਆਉਂਦੇ ਆ ਕਿ ਅਗਰ ਤੁਸੀਂ ਸਾਨੂੰ ਲਿਆਓਗੇ ਅਸੀਂ ਆਹ ਵਾਲੇ ਕੰਮ ਕਰਾਂਗੇ, ਔਰ ਬਾਅਦ ਵਿੱਚ ਲਾਜ਼ਮੀ ਨਹੀਂ ਹੈ ਕਿ ਉਹ ਸਾਰੇ ਲੋਕਾਂ ਨੂੰ, ਇਹ ਸਾਡੇ ਮਾਈਂਡ ਦੇ ਨਾਲ ਗੇਮ, ਆਮ ਲੋਕਾਂ ਦੇ ਮਾਈਂਡ ਦੇ ਨਾਲ ਗੇਮ ਪਲੇ ਕੀਤੀ ਜਾਂਦੀ। ਲੋਕ ਇਹਨਾਂ ਦੀਆਂ ਕਈਆਂ ਗੱਲਾਂ 'ਤੇ ਯਕੀਨ ਕਰਕੇ ਇਹਨਾਂ ਨੂੰ ਰਾਜਨੀਤਿਕ ਸੱਤਾ ਸੌਂਪ ਦਿੰਦੇ ਆ, ਔਰ ਉਹ ਆਮ ਲੋਕ ਹੁੰਦੇ ਆ, ਦੇ ਆਰ ਲਾਰਜ ਇਨ ਨੰਬਰ, ਕਾਮਨ ਪੀਪਲ ਹੁੰਦੇ ਆ, ਕਿਉਂਕਿ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਇਹ ਬਹੁਤ ਸਾਡਾ ਭਲਾ ਇਹਨਾਂ ਦੇ ਥਰੂ ਹੀ ਹੋਣਾ ਹੈ, ਇਹ ਆਉਣਗੇ ਅਤੇ ਸਾਡੇ ਲਈ ਚੰਗੀਆਂ ਨੀਤੀਆਂ ਬਣਾਉਣਗੇ, ਔਰ ਅਸੀਂ ਉਹਨਾਂ ਨੀਤੀਆਂ ਦੇ ਰਾਹੀਂ ਆਪਣਾ ਫਾਇਦਾ, ਜਦ ਕਿ ਇਹ ਰਾਜਨੀਤਿਕ ਫਾਇਦੇ ਜਿੰਨੇ ਵੀ ਪਾਵਰ ਦੀ ਐਡਵਾਂਟੇਜਸ ਨੇ ਇਹ ਇੰਜੋਏ ਕਰਦੇ ਆ ਥਰੂ ਦੇਅਰ ਕਲੈਵਰ ਮਾਈਂਡ ਐਂਡ
ਸ਼ੇਰ ਦਿਲ ਹੋਣ ਕਰਕੇ ਇਹ ਕਰਦੇ ਆ। ਅਤੇ ਇਹ ਟਫ ਸਿਚੁਏਸ਼ਨ ਦੇ ਵਿੱਚ ਵੀ ਹੌਸਲਾ ਨਹੀਂ ਛੱਡਣ ਵਾਲੇ ਲੋਕ ਹੁੰਦੇ ਆ। ਟਫ ਤੋਂ ਟਫ ਸਿਚੁਏਸ਼ਨ ਨੂੰ ਵੀ ਬੜੀ ਬਹਾਦਰੀ ਦੇ ਨਾਲ ਟੈਕਲ ਕਰਨ ਵਾਲੇ ਹੁੰਦੇ ਆ। ਸੋ ਇਸ ਕਰਕੇ ਇਹਨਾਂ ਦੇ ਵਿੱਚ ਬੜੀ ਸਿਆਣਪ, ਬੜੀ ਚਲਾਕੀ ਦੇ ਨਾਲ ਨਿਰਣੇ ਲੈਣ ਦੀ ਤਾਕਤ ਹੁੰਦੀ ਆ ਅਤੇ ਵਸਟ ਟੂ ਵਸਟ ਸਿਚੁਏਸ਼ਨ ਨੂੰ ਟੈਕਲ ਕਰਨ ਦੀ ਇਹਨਾਂ ਦੇ ਕੋਲ ਪਾਵਰ ਹੁੰਦੀ ਹੈ। ਦੈਟਸ ਵਾਈ ਪਲੈਟੋ ਕਹਿੰਦੇ ਪਏ ਆ ਕਿ ਦੇ ਆਰ ਕਲੈਵਰ ਲਾਈਕ ਅ ਫੌਕਸ ਐਂਡ ਬਰੇਵ ਲਾਈਕ ਅ ਲਾਇਨ। ਔਰ ਉਹ ਜਿਹੜੇ ਆ ਇਹੀ ਗੁਣ ਜਿਹੜੇ ਆ ਇਹਨਾਂ ਨੂੰ ਬਾਰ-ਬਾਰ ਰਾਜਨੀਤਿਕ ਸ਼ਕਤੀ ਦੇ ਵਿੱਚ ਲੈ ਕੇ ਆਉਂਦੇ ਆ। ਨੈਕਸਟ ਥਿੰਕਰ ਹੈ ਰੋਬਰਟ ਮਿਚਲ। ਉਹ ਗੱਲ ਕਰ ਰਹੇ ਆ ਸੇਮ ਆਪਣੀ ਕਿਤਾਬ ਦੇ ਵਿੱਚ 1911 'ਚ ਕਿਤਾਬ ਲਿਖੀ ਹੈ ਪੋਲੀਟੀਕਲ ਪਾਰਟੀਜ਼ ਅ ਸੋਸ਼ੀਓਲੋਜੀਕਲ ਸਟੱਡੀ ਆਫ ਦਾ ਓਲੀਗਾਰਕੀਅਲ ਟੈਂਡੈਂਸੀਜ਼ ਆਫ ਦਾ ਮਾਡਰਨ ਡੈਮੋਕ੍ਰੇਸੀ। ਇਸ ਦੇ ਵਿੱਚ ਉਹ ਫੋਕਸ ਕਾਹਦੇ 'ਤੇ ਕਰ ਰਿਹਾ ਕਿ ਪ੍ਰਿੰਸੀਪਲ ਆਫ ਆਇਰਨ ਲਾਅ ਆਫ ਓਲੀਗਾਰਕੀ। ਐਜ਼ ਅ ਸਟੂਡੈਂਟ ਆਫ ਪੋਲੀਟੀਕਲ ਸਾਇੰਸ ਵੀ ਆਲ ਨੋ ਕਿ ਓਲੀਗਾਰਕੀ ਮੀਨਸ ਬਹੁਤ ਥੋੜ੍ਹੇ ਜਿਹੇ ਲੋਕ, ਜਿੰਨਾ ਬਹੁਤ ਥੋੜ੍ਹੇ ਜਿਹੇ ਲੋਕਾਂ ਵੱਲੋਂ ਸ਼ਾਸਨ ਕੀਤਾ ਜਾਣਾ ਬਹੁਤ ਜ਼ਿਆਦਾ ਲੋਕਾਂ 'ਤੇ, ਉਹਨੂੰ ਆਪਾਂ ਓਲੀਗਾਰਕੀ ਕਹਿੰਦੇ ਹਾਂ। ਅਤੇ ਉਹ ਆਪਣੇ ਇਸ ਸਿਧਾਂਤ ਦੇ ਵਿੱਚ ਕੀ ਫੋਕਸ ਕਰ ਰਹੇ ਆ ਕਿ ਐਕਚੁਅਲੀ ਜਿਹੜੇ ਆ ਅਲਪਤੰਤਰ ਦਾ ਲੋ ਨਿਯਮ, ਅਲਪਤੰਤਰ ਦਾ ਲੋ ਨਿਯਮ ਮਤਲਬ ਅਲਪਤੰਤਰ ਬਹੁਤ ਘੱਟ ਲੋਕਾਂ ਵੱਲੋਂ ਲੋ ਆਇਰਨ ਲਾਅ ਮਤਲਬ ਕਿ ਇਹ ਇੱਕ ਬੜਾ ਸਖਤ ਸਿਧਾਂਤ ਹੈ, ਬੜਾ ਮਤਲਬ ਹਾਰਡ ਐਂਡ ਕੋਰ ਰਿਐਲਿਟੀ ਹੈ ਸੁਸਾਇਟੀ ਦੀ ਕਿ ਡੈਮੋਕ੍ਰੇਸੀ ਆਮ ਲੋਕਾਂ ਵੱਲੋਂ ਨਹੀਂ ਬਲਕਿ ਡੈਮੋਕ੍ਰੇਸੀ ਇਜ਼ ਬੀਇੰਗ ਰਨ ਬਾਏ ਦਾ ਓਲੀਗਾਰਕੀ। ਬਹੁਤ ਘੱਟ ਲੋਕਾਂ ਦੇ ਵੱਲੋਂ ਜਿਹੜੀ ਹੈ ਡੈਮੋਕ੍ਰੇਸੀ ਚਲਾਈ ਜਾ ਰਹੀ ਹੈ। ਫੋਕਸ ਕੀਤਾ ਜਾ ਰਿਹਾ ਹੈ ਰੋਬਰਟ ਮਿਚਲ ਵੱਲੋਂ ਇਸ ਗੱਲ 'ਤੇ ਕਿ ਇਹ ਬੜਾ ਹੀ ਬੜੀ ਜਿਹੜੀ ਆ ਮੰਨਣ ਵਾਲੀ ਗੱਲ ਹੈ ਕਿ ਮੈਜੋਰਿਟੀ ਇਜ਼ ਬੀਇੰਗ ਕੰਟਰੋਲਡ ਬਾਏ ਮਾਈਨੋਰਿਟੀ। ਬਹੁਤ ਥੋੜ੍ਹੇ ਜਿਹੇ ਲੋਕਾਂ ਵੱਲੋਂ, ਬਹੁਤ ਸੈਂਕੜੇ ਦੀਆਂ ਗਿਣਤੀ ਦੇ ਲੋਕਾਂ ਵੱਲੋਂ ਕਰੋੜਾਂ ਦੀ ਲੋਕਾਂ ਨੂੰ, ਅਰਬਾਂ ਦੀ ਗਿਣਤੀ ਨੂੰ ਕੰਟਰੋਲ ਕੀਤਾ ਜਾਂਦਾ ਆ। ਔਰ ਬਹੁਤ ਹੱਦ ਤੱਕ ਜਿਵੇਂ ਲੂੰਬੜੀ ਕਾਂ ਨੂੰ ਬੇਵਕੂਫ ਬਣਾਉਂਦੀ ਰਹੀ ਇੱਦਾਂ ਬਣਾ ਦਿੱਤਾ ਜਾਂਦਾ ਹੈ। ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਇਹ ਬੇਵਕੂਫ ਬਣ ਰਹੇ ਹਾਂ। ਤੋ ਇਹ ਜਿਹੜੀਆਂ ਨੇ ਇਹ ਚੀਜ਼ਾਂ ਦੇ ਉੱਪਰ ਫੋਕਸ ਕਰਦੇ ਪਏ ਆ ਰੋਬਰਟ ਮਿਚਲਸ ਕੇ ਮਾਈਨੋਰਿਟੀ ਜਿਹੜੀ ਆ ਉਹ ਕੰਟਰੋਲ ਕਰ ਰਹੀ ਆ ਮੈਜੋਰਿਟੀ ਨੂੰ ਔਰ ਉਹ ਫਿਰ ਇਹਨਾਂ 'ਤੇ ਕੰਟਰੋਲ ਕਰਕੇ ਹੋਲਡ ਕਰ ਰਹੀ ਆ ਪੋਲੀਟੀਕਲ ਪਾਵਰ ਨੂੰ। ਸਾਰੀ ਪਾਵਰ ਆਪਣੇ ਕੋਲ ਕੰਟਰੋਲ ਕਰ ਲੈਂਦੀ ਆ ਅਤੇ ਪੋਲੀਟੀਕਲ ਡਿਸੀਜ਼ਨ ਜੋ ਹੈ ਉਹ ਇਹ ਲਿਆ ਜਾਂਦਾ ਆ ਮਾਈਨੋਰਿਟੀ ਵੱਲੋਂ। ਸੋ ਪਾਵਰ ਰੈਸਟਸ ਇਨ the hands of political bosses. Actually they are political bosses. They choose politics as their profession. ਉਹ ਇੱਕ ਪੋਲੀਟੀਸ਼ੀਅਨ ਉਹ ਕਰਦੇ ਨੇ ਪੋਲੀਟੀਕਲ ਪਾਵਰ 'ਤੇ ਕੰਟਰੋਲ ਕਰਕੇ ਰੱਖਦੇ ਨੇ ਤੇ ਇਹਦੇ ਉੱਪਰ। ਸੋ ਇਹ ਜਿਹੜੀ ਆ ਪੋਲੀਟੀਕਲ ਉਹਨਾਂ ਵੱਲੋਂ ਚਲਾਇਆ ਜਾਂਦਾ ਆ। ਦੇ ਆਰ ਪ੍ਰੋਫੈਸ਼ਨਲ ਪੋਲੀਟੀਸ਼ੀਅਨਸ। ਉਹ ਪ੍ਰੋਫੈਸ਼ਨਲ ਪੋਲੀਟੀਸ਼ੀਅਨਸ ਹੁੰਦੇ ਆ। ਪੋਲੀਟੀਕਲ ਪਾਵਰ ਉਹਨਾਂ ਵੱਲੋਂ ਕੰਟਰੋਲ ਕੀਤੀ ਜਾਂਦੀ ਆ ਔਰ ਕੰਸੀਡਰ ਕੀ ਕਰਦੇ ਆ ਉਹ ਆਪਣੇ ਆਪ ਨੂੰ ਦੇ ਆਰ ਪੋਲੀਟੀਕਲ ਸਰਵੈਂਟ। ਅਸੀਂ ਤਾਂ ਲੋਕਾਂ ਦੀ ਸੇਵਾ ਦੇ ਲਈ ਆਏ ਹਾਂ। ਦੇ ਨੈਵਰ ਸੈਡ, ਕਦੇ ਵੀ ਨਹੀਂ ਕਹਿੰਦੇ ਕਿ ਅਸੀਂ ਰਾਜਨੀਤਿਕ ਸ਼ਕਤੀ ਲੈਣੀ ਆ, ਅਸੀਂ ਰਾਜਨੀਤਿਕ ਤਾਕਤ ਲੈਣ ਦੇ ਲਈ ਅਸੀਂ ਜਿਹੜੇ ਆ ਇਲੈਕਸ਼ਨਸ ਲੜ ਰਹੇ ਹਾਂ, ਅਸੀਂ ਜਿਹੜੇ ਆ 5 ਸਾਲ ਸਾਡੇ ਕੋਲ ਉਹ ਇਸ ਲਈ ਨਹੀਂ ਪ੍ਰੋਜੈਕਸ਼ਨ ਕੀਤੀ ਜਾਂਦੀ ਹੈ। ਪਿਕਚਰ ਕੀ ਆਮ ਸਮਾਜ ਦੇ ਵਿੱਚ ਰੱਖੀ ਜਾਂਦੀ ਹੈ ਕਿ ਅਸੀਂ ਤੁਹਾਡੇ ਸੇਵਾ ਦੇ ਲਈ ਆਵਾਂਗੇ, ਅਸੀਂ ਸਾਨੂੰ ਮੌਕਾ ਦਿਓਗੇ ਤਾਂ ਅਸੀਂ ਤੁਹਾਡੀ ਇੰਨੀ ਸੇਵਾ ਕਰਾਂਗੇ। ਬਟ ਤੁਸੀਂ ਵੇਖਿਆ ਜਾਵੇ ਜਿਹੜਾ ਪੋਲੀਟੀਸ਼ੀਅਨ ਹੁੰਦਾ ਆ ਉਹ ਆਪਣਾ ਪ੍ਰੋਫੈਸ਼ਨ ਬਾਰ-ਬਾਰ ਉਹ ਚੋਣਾਂ ਲੜਦੇ ਆ, ਜਦ ਕਿ ਉਹ ਜਿਹੜੇ ਆ ਸ਼ੋਅ ਕੀ ਕਰ ਰਹੇ ਆ ਕਿ ਅਸੀਂ ਤੇ ਲੋਕ ਸੇਵਾ ਕਰ ਰਹੇ ਹਾਂ। ਐਕਚੁਅਲੀ ਦੇ ਚੂਜ਼ ਪੋਲੀਟਿਕਸ ਐਜ਼ ਦੇਅਰ ਪ੍ਰੋਫੈਸ਼ਨ। ਇਹ ਰੋਬਰਟ ਮਿਚਲ ਨੇ ਫੋਕਸ ਕਾਹਦੇ 'ਤੇ ਕੀਤਾ ਆ? ਆਇਰਨ ਲਾਅ ਆਫ ਓਲੀਗਾਰਕੀ 'ਤੇ। ਜੋਸਫ ਏ ਸ਼ੂਮਪੀਟਰ ਜਿਹੜੇ ਹੋਏ ਆ ਉਹਨਾਂ ਨੇ ਜ਼ਿਆਦਾਤਰ ਫੋਕਸ ਕੀਤਾ ਆ। ਉਹਨਾਂ ਨੇ ਵੀ ਡੈਮੋਕ੍ਰੇਸੀ ਉੱਪਰ ਬਹੁਤ ਵਧੀਆ ਵਿਚਾਰ ਦਿੱਤੇ ਆ ਔਰ ਇਹਨਾਂ ਵਿਚਾਰਾਂ ਉੱਪਰ ਸ਼ੂਮਪੀਟਰ ਆਪਣੀ ਕਿਤਾਬ 1942 'ਚ ਲਿਖਦੇ ਆ ਕੈਪੀਟਲਿਜ਼ਮ, ਸੋਸ਼ਲਿਜ਼ਮ ਐਂਡ ਡੈਮੋਕ੍ਰੇਸੀ। ਉਹਦੇ ਵਿੱਚ ਸੇਮ ਕਹਿੰਦੇ ਕਿ ਲੋਕਤੰਤਰ ਜਿਹੜਾ ਚੱਲਦਾ ਆ ਉਹ ਲੋਕਾਂ ਵੱਲੋਂ ਚੱਲਦਾ ਆ, ਪਰ ਲੋਕ ਵੋਟਾਂ ਪਾ ਕੇ
ਜਿਹੜੇ ਆ ਪੋਲੀਟੀਕਲ ਲੀਡਰਸ ਨੂੰ ਚੁਣਦੇ ਆ ਔਰ ਜਦੋਂ ਉਹ ਚੁਣਦੇ ਆ ਵੋਟਾਂ ਪਾ ਕੇ ਕਿ ਉਹਨਾਂ ਦੇ ਲਈ ਨਿਰਣੇ ਲਏ ਜਾਣ, ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ 4 ਦੇ 4 ਥਿੰਕਰ ਫੋਕਸ ਕੀ ਕਰ ਰਹੇ ਆ ਕਿ ਆਮ ਲੋਕ ਜਿਹੜੇ ਆ ਅਨਆਰਗੇਨਾਈਜ਼ਡ ਹੁੰਦੇ ਆ, ਉਹਨਾਂ ਨੂੰ ਆਰਗੇਨਾਈਜ਼ਡ ਥੋੜ੍ਹੇ ਜਿਹੇ ਲੋਕ ਕੰਟਰੋਲ ਕਰਦੇ ਆ, ਉਹਨਾਂ ਦੇ ਵਿੱਚ ਡਿਸੀਜ਼ਨ ਮੇਕਿੰਗ ਆਮ ਲੋਕਾਂ ਵਿੱਚ ਪਾਵਰ ਨਹੀਂ ਹੁੰਦੀ ਔਰ ਪੋਲੀਟੀਕਲ ਡਿਸੀਜ਼ਨ ਮੇਕਿੰਗ ਪਾਵਰ ਕੁਝ ਹੀ ਲੋਕਾਂ ਦੇ ਕੋਲ ਹੁੰਦੀ ਆ ਅਤੇ ਆਮ ਲੋਕ ਉਹਨਾਂ ਨੂੰ ਆਪਣਾ ਪੋਲੀਟੀਕਲ ਡਿਸੀਜ਼ਨ ਲੈਣ ਦੇ ਲਈ ਵੋਟਾਂ ਪਾ ਕੇ ਚੁਣਦੇ ਆ, ਉਹ ਆਉਂਦੇ ਆ ਅਤੇ ਰਾਜਨੀਤਿਕ ਨਿਰਣੇ ਆਮ ਪਬਲਿਕ ਦੇ ਲਈ ਲੈਂਦੇ ਆ। there is free competition among leaders to winning people's votes। ਹੁਣ ਫ੍ਰੀ ਕੰਪੀਟੀਸ਼ਨ ਹੈ, ਖੁੱਲ੍ਹਾ ਮੁਕਾਬਲਾ ਹੈ, ਕੋਈ ਵੀ ਆ ਸਕਦਾ ਹੈ, ਭਗਵੰਤ ਮਾਨ ਵੀ ਆ ਸਕਦਾ ਹੈ, ਇਹਦੇ ਵਿੱਚ ਦੇਵਗੌੜਾ ਵੀ ਆ ਸਕਦੇ ਆ, ਇਹਨਾਂ ਦੇ ਵਿੱਚ ਬਹੁਤ ਦੇਖਿਆ ਜਾਵੇ ਤਾਂ ਕਈ ਜਿਹੜੇ ਇਹੋ ਜਿਹੀਆਂ ਫਿਗਰਸ ਹੈ ਬਹੁਤ ਘੱਟ ਆਏ ਅਤੇ ਚਲੇ ਗਏ ਜਿਨ੍ਹਾਂ ਦੇ ਕੋਲ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਦੇਰ ਤੱਕ ਚਲਾਕੀ ਕਰਨੀ ਨਹੀਂ ਆਈ, ਜਿਨ੍ਹਾਂ ਨੂੰ ਰਾਜਨੀਤੀ ਦੇ ਵਿੱਚ ਡਿਪਲੋਮੈਟਿਕ ਵੇ ਚਲਾਕੀ ਮੀਨ ਟੂ ਸੇ ਡਿਪਲੋਮੇਸੀ ਮੀਨ ਟੂ ਸੇ ਕਿ ਕਹਿਣੀ ਅਤੇ ਕਰਨੀ ਦੇ ਵਿੱਚ ਜਿਹੜਾ ਵੱਡਾ ਫਰਕ ਹੁੰਦਾ ਆ। ਡਿਪਲੋਮੇਸੀ ਆਪਣੇ ਪੋਲੀਟਿਕਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਦਿਸ ਇਜ਼ ਅ ਟੂਲ ਟੂ ਰਨ ਐਡਮਿਨਿਸਟ੍ਰੇਸ਼ਨ, ਟੂ ਰਨ ਪੋਲੀਟਿਕਸ, ਅਤੇ ਉਹਦੇ ਵਿੱਚ ਕੀ ਕਹਿੰਦੇ ਕਿ ਆਪਾਂ ਕਿ ਇੱਕ ਲੱਕੜ ਦੀ ਪ੍ਰੈਸ ਸੁੱਕੇ ਪਾਣੀ 'ਤੇ ਚੱਲਦੀ ਆ, ਨਾ ਕਦੀ ਲੱਕੜ ਦੀ ਪ੍ਰੈਸ ਬਣੇਗੀ ਨਾ ਕਦੀ ਪਾਣੀ ਸੁੱਕੇਗਾ। whatsoever the politicians are saying, they are not doing the same, whatsoever they are doing they are not saying the same। ਇਹਨਾਂ ਦੀ ਕਹਿਣੀ ਅਤੇ ਕਥਨੀ 'ਚ ਫਰਕ ਹੁੰਦਾ ਆ। ਇਸ ਕਰਕੇ ਕਿਹਾ ਜਾਂਦਾ ਹੈ ਕਿ ਇੱਕ ਚਲਾਕ ਵਰਗ ਹੈ ਸਮਾਜ ਦਾ ਜਿਹਦੇ ਕੋਲ ਕੰਟਰੋਲ ਕਰਨ ਦੀ ਤਾਕਤ ਹੁੰਦੀ ਆ ਬਹੁਤ ਸਾਰੇ ਲੋਕਾਂ ਦੇ ਮਾਈਂਡਸ ਅਤੇ ਐਕਸ਼ਨ ਨੂੰ। ਸੋ ਦੈਟਸ ਵਾਈ ਇਹਨਾਂ ਦੇ ਵਿੱਚ ਫ੍ਰੀ ਕੰਪੀਟੀਸ਼ਨ ਹੁੰਦਾ ਹੈ। ਉਹ ਆਉਂਦੇ ਆ, ਲੜਦੇ ਆ ਵੋਟਾਂ, ਔਰ ਜਦੋਂ ਵੋਟਾਂ ਲਈ ਲੜਦੇ ਆ ਆਮ ਲੋਕਾਂ ਦੇ ਕੋਲੋਂ ਵੋਟਾਂ ਲੈਂਦੇ ਆ, ਭਰਮਾ ਕੇ ਉਹਨਾਂ ਨੂੰ ਵੋਟਾਂ ਲੈ ਲੈਂਦੇ ਆ, ਫਿਰ ਉਨੀ ਦੇਰ ਸ਼ਾਸਨ ਕਰਦੇ ਆ ਉਹਨਾਂ ਲੋਕਾਂ ਦੇ ਉੱਤੇ। ਲੀਡਰਸ ਆਰ ਮਾਈਨੋਰਿਟੀ, ਦੇ ਆਰ ਅਗੇਨ ਫਿਊ ਇਨ ਨੰਬਰ, they are a lead section of the society, actually they are very rich, most probably ਜਿਹੜੇ ਲੀਡਰ ਹੁੰਦੇ ਆ ਉਹ ਜਿਹੜੇ ਆ ਰਿਚ ਸੈਕਸ਼ਨ ਹੁੰਦਾ ਆ ਸੋਸਾਇਟੀ ਦਾ। ਇਹ ਇਸ ਚੀਜ਼ ਵਿੱਚ ਫੋਕਸ ਕੀਤਾ ਜਾਂਦਾ ਹੈ। ਤੋ ਨੈਕਸਟ ਥਿੰਕਰ ਹੈ ਸੀ ਰਾਈਟ ਮਿਲਸ। ਸੀ ਰਾਈਟ ਮਿਲਸ ਜਿਹੜੇ ਆ ਇਸੇ ਸਿਧਾਂਤ ਨੂੰ ਅੱਗੇ ਲੈ ਕੇ ਚੱਲਦੇ ਆ। ਰੂਲਰ ਨੋਨ ਐਜ਼ ਪੋਲੀਟੀਕਲ ਐਲੀਟ, ਉਹ ਉਹਨਾਂ ਜਾਣੇ ਕਿਹਦੇ ਨਾਲ ਜਾਂਦੇ ਆ ਕਿ ਉਹ ਰਾਜਨੀਤਿਕ ਵਿਸ਼ੇਸ਼ ਵਰਗ ਹੈ। ਪਾਵਰ ਟੂ ਕਮਾਂਡ ਇਨਕਲੂਡ, ਇਹਨਾਂ ਵਿੱਚ ਆਪਾਂ ਇਨਕਲੂਡ ਕਿਹਨੂੰ ਕਰਦੇ ਹਾਂ? ਮਿਲਟਰੀ ਆਫਿਸਰਸ, ਰਿਲੀਜੀਅਸ ਲੀਡਰਸ, ਇੰਡਸਟਰੀਅਲਿਸਟ, ਟ੍ਰੇਡਰਸ ਐਂਡ ਬਿਊਰੋਕ੍ਰੇਸੀ। ਇਹ ਜਿਹੜੇ ਲੋਕ ਨੇ ਇਹਨਾਂ ਦੇ ਵਿੱਚ ਪਾਵਰ ਹੁੰਦੀ ਆ। ਦੇ ਕੈਨ ਕਮਾਂਡ ਦਾ ਪੀਪਲ, ਦੇ ਕੈਨ ਇਨਫਲੂਐਂਸ ਦਾ ਪੀਪਲ, ਦੇ ਕੈਨ ਅਟਰੈਕਟ ਪੀਪਲ। ਇਹਨਾਂ ਕੋਲ ਇਹ ਵਾਲੀਆਂ ਅਬਿਲਿਟੀਜ਼ ਹੁੰਦੀਆਂ ਖਾਸ ਜਿਨ੍ਹਾਂ ਦੇ ਕਰਕੇ ਇਹ ਪਾਵਰ ਐਲੀਟ ਹੁੰਦੇ ਆ। ਇਹਨਾਂ ਦੇ ਕੋਲ ਪਾਵਰ ਰਹਿੰਦੀ ਆ, ਰਾਜਨੀਤਿਕ ਸ਼ਕਤੀ ਰਹਿੰਦੀ ਆ। ਦੇ ਅਗੇਨ ਮਿਲਸ ਕੀ ਕਹਿੰਦੇ ਪਏ ਆ? ਦੇ ਮੇਕ ਪੀਪਲ ਫੂਲ ਸਮਟਾਈਮਸ, ਫਲੈਟਰਸ ਪੀਪਲ ਐਂਡ ਐਟ ਦ ਸੇਮ ਟਾਈਮ ਉਹ ਕੀ ਆ? ਲੋਕਾਂ ਨੂੰ ਕਮਲਿਆਂ ਵੀ ਬਣਾਉਂਦੇ ਆ ਅਤੇ ਲੋਕਾਂ ਦੀ ਚਾਪਲੂਸੀ ਵੀ ਕਰਦੀ ਆ। ਭਾਈ ਤੁਸੀਂ ਤਾਂ ਬਹੁਤ ਚੰਗੇ ਹੋ, ਸਭ ਕੁਛ ਤੁਹਾਡੇ ਹੱਥ ਵਿੱਚ ਆ, ਮੈਂ ਤਾਂ ਤੁਹਾਡਾ ਲੋਕ ਸੇਵਕ ਹਾਂ, ਮੈਂ ਅੱਜ ਜਾਵਾਂਗਾ, ਜੇ ਤੁਸੀਂ ਮੈਨੂੰ ਤਾਕਤ ਦਿਓਗੇ ਤਾਂ ਮੈਂ ਕਰਾਂਗਾ, ਜੇ ਨਹੀਂ ਤਾਕਤ ਹੋਏਗੀ ਤਾਂ ਮੈਂ ਉਸ ਪਾਵਰ ਨੂੰ ਇੰਜੋਏ ਨਹੀਂ ਕਰ। ਲੋਕਾਂ ਨੂੰ ਇੰਝ ਲੱਗਦਾ ਹੈ ਕਿ ਪਾਵਰ ਜਿਹੜੀ ਆ ਉਹ ਸਾਡੇ ਕੋਲ ਹੈ, ਤੋ ਇਹ ਜਿਹੜੀ ਆ ਅਸੀਂ ਦੇਣੀ ਹੈ। ਤੋ ਪ੍ਰੈਕਟੀਕਲੀ ਜਿਹੜੇ ਥਰਡ ਵਰਲਡ ਨੇਸ਼ਨ ਹੈ ਜਿਹੜੇ ਇਹਨਾਂ ਦੇ ਇਹ ਲੋਕ ਜਿਹੜੇ ਆ ਉਹਨਾਂ ਉੱਪਰ ਉਨਾ ਕੰਟਰੋਲ ਨਹੀਂ ਕਰ ਪਾਉਂਦੇ ਆਪਣੇ ਪੋਲੀਟੀਸ਼ੀਅਨਸ ਉੱਪਰ, ਪੋਲੀਟੀਕਲ ਲੀਡਰਸ ਉੱਪਰ, ਜਿੰਨਾ ਕਿ ਡਿਵੈਲਪਡ ਨੇਸ਼ਨਸ ਵਾਲੇ ਜਿਹੜੇ ਆ ਉਹ ਕਰ ਪਾਉਂਦੇ। ਵੇਖਿਆ ਜਾਵੇ ਤਾਂ ਪਿਛਲੇ ਸਾਲ 3 ਪ੍ਰਧਾਨ ਮੰਤਰੀ ਯੂਕੇ ਨੇ ਆਪਣੇ ਬਦਲ ਦਿੱਤੇ ਕਿਉਂਕਿ ਉਹਨਾਂ ਨੂੰ ਆਪਣੇ ਪ੍ਰਧਾਨ ਮੰਤਰੀ ਦੀ ਫੰਕਸ਼ਨਿੰਗ ਜਿਹੜੀ ਪਸੰਦ ਨਹੀਂ ਆਈ ਸੀ। ਜਦ ਕਿ ਡਿਵੈਲਪਿੰਗ ਨੇਸ਼ਨ ਦਾ ਲਾਰਜੈਸਟ ਡੈਮੋਕ੍ਰੇਸੀ ਆਫ ਦਾ ਵਰਲਡ ਇਜ਼ ਇੰਡੀਆ, ਅਤੇ ਇੰਡੀਆ ਵਿੱਚ ਵੇਖਿਆ ਜਾਵੇ ਅਸੀਂ ਬਹੁਤ ਵਾਰੀ ਆਪਣੀਆਂ ਸਰਕਾਰਾਂ ਤੋਂ ਨਾ ਖੁਸ਼ ਹੁੰਦੇ ਹਾਂ, ਪਰ ਅਸੀਂ ਆਪਣੇ ਲੀਡਰਸ 'ਤੇ ਪ੍ਰੈਸ਼ਰ ਨਹੀਂ ਪਾਉਂਦੇ। ਆਪਾਂ ਉਨੇ ਅਵੇਅਰਨੈਸ 'ਚ ਫਰਕ ਹੈ, ਉਹਨੇ ਪੋਲੀਟੀਕਲ ਅਵੇਅਰਨੈਸ ਐਂਡ ਪੋਲੀਟੀਕਲ
ਜਿਹੜਾ ਹੈ ਨਾ ਪੋਲੀਟੀਕਲ ਪਾਰਟੀ ਦੀ ਕ੍ਰਿਟਿਸਿਜ਼ਮ ਦੀ ਉਨੀ ਉਹ ਵਾਲੀ ਅਜੇ ਜਿਹੜੀ ਹੈ ਨਾ ਪਾਵਰ ਡਿਵੈਲਪਿੰਗ ਨੇਸ਼ਨਸ ਵਿੱਚ ਉਨੀ ਨਹੀਂ ਆਈ। ਤੋ ਇਹ ਜਿਹੜੇ ਫਲੈਟਰਿੰਗ 'ਚ ਡਿਵੈਲਪਿੰਗ ਨੇਸ਼ਨ ਦੇ ਜਿਹੜੇ ਲੋਕ ਨੇ ਉਹ ਜ਼ਿਆਦਾ ਆ ਜਾਂਦੇ। ਅਗੇਨ ਹੈ ਜੇਮਸ ਬੁਰਹੈਮ ਜਿਹੜੇ ਆ ਉਹ ਫੋਕਸ ਕਰਦੇ ਆ ਖਾਸ ਕਰਕੇ ਸੋਸ਼ਲਿਸਟ ਨੇਸ਼ਨਸ ਦੇ ਉੱਪਰ ਕਿ ਸੋਸ਼ਲਿਸਟ ਨੇਸ਼ਨਸ ਦੇ ਵਿੱਚ ਜਿਹੜੀ ਆ ਕਿਵੇਂ ਚੱਲ ਰਹੀ ਹੈ ਪੋਲੀਟਿਕਸ। ਉਹ ਦਾ ਮੈਨੇਜਰੀਅਲ ਰੈਵੋਲਿਊਸ਼ਨ ਉਹ ਇੱਕ ਆਰਟੀਕਲ ਲਿਖਦੇ ਆ ਅਤੇ ਉਹਦੇ ਉੱਪਰ ਉਹ ਕੀ ਕਹਿੰਦੇ ਆ ਕਿ ਜਿੰਨੇ ਵੀ ਕੰਟੈਂਪਰੇਰੀ ਕੈਪੀਟਲਿਸਟ ਸਿਸਟਮ ਹੈ ਉਹ ਇੱਕ ਇੱਦਾਂ ਦਾ ਸਿਸਟਮ ਹੈ ਕਿ ਉਹਦੀ ਪੋਲਿਟੀ ਦੇ ਉੱਪਰ ਕੰਟਰੋਲ ਆਲਰੇਡੀ ਕੁਝ ਕੁ ਲੋਕਾਂ ਦਾ ਆ ਜਿਨ੍ਹਾਂ ਦੇ ਵਿੱਚ ਵਿਸ਼ਿਸ਼ਟ ਵਰਗ ਨੇ ਉਹਨਾਂ ਤੇ ਕੰਟਰੋਲ ਕਰਦੇ ਪਏ ਆ। ਪਰ ਨਾਲ ਦੀ ਨਾਲ ਉਹ ਫੋਕਸ ਉਹਨਾਂ ਨੇ ਕਿਹਦੇ 'ਤੇ ਕਰ ਦਿੱਤਾ ਸੋਸ਼ਲਿਸਟ ਵਰਲਡ। ਕਹਿੰਦੇ ਜਦੋਂ ਸਮਾਜ ਜਿਹੜੇ ਸਾਮਵਾਦੀ ਢਾਂਚੇ ਦੇ ਵਿੱਚ ਜਦੋਂ ਕ੍ਰਾਂਤੀ ਆਉਂਦੀ ਹੈ ਤੇ ਕੁਝ ਲੋਕ ਜਿਹੜੇ ਨੇ ਉਹ ਅਮੀਰ ਲੋਕਾਂ ਨੂੰ ਉਹਨਾਂ ਨੂੰ ਖਤਮ ਕਰਕੇ ਤੇ ਉਹ ਸਾਮਵਾਦੀ ਢਾਂਚੇ ਦੇ ਉਹਨਾਂ ਉਸ ਰਾਜਨੀਤਿਕ ਸ਼ਕਤੀ 'ਤੇ ਆਪਣਾ ਕੰਟਰੋਲ ਸਥਾਪਿਤ ਕਰ ਲੈਂਦੇ ਆ। ਜਦੋਂ ਰਾਜਨੀਤਿਕ ਸ਼ਕਤੀ 'ਤੇ ਆਪਣਾ ਕੰਟਰੋਲ ਸਥਾਪਿਤ ਕਰ ਲੈਂਦੇ ਆ ਤੇ ਉਹਨਾਂ ਦਾ ਸਾਰੇ ਉੱਥੋਂ ਦੇ ਪ੍ਰੋਡਕਸ਼ਨ 'ਤੇ ਵੀ ਕੰਟਰੋਲ ਨਾਲ ਸਥਾਪਿਤ ਹੋ ਜਾਂਦਾ ਆ। ਅਤੇ ਫਿਰ ਜਿਹੜੇ ਸਾਮਵਾਦੀ ਢਾਂਚੇ ਦੇ ਵਿੱਚ ਵੀ ਇੱਕ ਇਹ ਮੈਨੇਜੀਰੀਅਲ ਕਲਾਸ ਪੈਦਾ ਹੁੰਦੀ ਆ। ਦੈਟਸ ਵਾਈ ਜੇਮਸ ਬੁਰਹੈਮ ਫੋਕਸਿੰਗ ਅਪੋਨ ਸੇਇੰਗ ਦ ਵਰਲਡ ਦ ਮੈਨੇਜੀਰੀਅਲ ਰੈਵੋਲਿਊਸ਼ਨ। ਕਹਿੰਦੇ ਉੱਥੇ ਇੱਕ ਇਹ ਵਾਲੀ ਰੈਵੋਲਿਊਸ਼ਨ ਆਉਂਦੀ ਉਹ ਸਾਰਾ ਕੰਟਰੋਲ ਸਥਾਪਿਤ ਕਰ ਲੈਂਦੇ ਆ, ਉਹ ਸਭ ਮੈਨੇਜ ਕਰ ਲੈਂਦੇ ਆ। ਔਰ ਜਿਹੜੀ ਰਾਜਨੀਤਿਕ ਸ਼ਕਤੀ ਹੈ, ਰਾਜਨੀਤਿਕ ਸੱਤਾ ਹੈ ਸਾਮਵਾਦੀ ਰਾਜਾਂ ਦੇ ਵਿੱਚ ਵੀ ਉਹ ਮੈਨੇਜੀਰੀਅਲ ਅਲੀਟ ਦੇ ਹੱਥ ਦੇ ਵਿੱਚ ਆ ਜਾਂਦੀ, ਜਿਹੜਾ ਨਵਾਂ ਵਰਗ ਸਾਮਵਾਦੀ ਸਮਾਜ ਦੇ ਵਿੱਚ ਪੈਦਾ ਹੁੰਦਾ ਆ। ਅਤੇ ਇਹ ਹੀ ਸਾਰਾ ਕੰਟਰੋਲ ਆਪਣੇ ਹੱਥ ਵਿੱਚ ਲੈ ਕੇ ਤਾਂ ਰਾਜਨੀਤਿਕ ਸੱਤਾ ਨੂੰ ਚਲਾਉਂਦਾ ਆ। ਉੱਥੇ ਜਿਹੜੇ ਸਾਮਵਾਦੀ ਸਰਕਾਰਾਂ ਆ, ਸਾਮਵਾਦੀ ਢਾਂਚੇ ਆ, ਉਹਦੇ ਵਿੱਚ ਵੀ ਇੱਕ ਖਾਸ ਵਰਗ ਹੈ, ਉਹਨਾਂ ਨੇ ਨਾਮ ਦਿੱਤਾ ਮੈਨੇਜੀਰੀਅਲ ਐਲੀਟ ਦਾ ਨਾਮ। ਹਾਰਲਟ ਲੌਸਵੈਲ ਵੀ ਫੋਕਸ ਕਰ ਰਹੇ ਆ ਕਿ ਜਿਹੜੀ ਰਾਜਨੀਤਿਕ ਸੱਤਾ ਹੈ ਉਹਦੇ ਉੱਪਰ ਪੋਲੀਟੀਕਲ ਪਾਵਰ 'ਤੇ ਕੰਟਰੋਲ ਕਰ ਰਿਹਾ, ਦੇ ਆਰ ਵੈਰੀ ਫਿਊ ਇਨ ਨੰਬਰ, ਫਿਕਸਡ ਟੈਨਿਓਰ ਦੇ ਲਈ ਆਉਂਦੇ। ਜਿਵੇਂ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਹਰ ਇੱਕ ਰਾਜਨੀਤਿਕ ਪ੍ਰਣਾਲੀ ਦੀ ਆਪਣਾ ਇੱਕ ਫਿਕਸਡ ਟੈਨਿਓਰ ਹੈ ਜਿਹੜੀ ਦੇ ਲਈ ਉਹ ਆਉਂਦੇ ਆ। ਔਰ ਦੇ ਆਰ ਪੋਲੀਟੀਕਲ ਲੀਡਰਸ ਔਰ ਰਿਪੀਟੀਸ਼ਨ 'ਤੇ ਉਹ ਆਉਂਦੇ ਆ ਔਰ ਉਹਨਾਂ ਦਾ ਕੰਮ ਇਹ ਹੁੰਦਾ ਆਮ ਲੋਕਾਂ ਨੂੰ ਭਰਮਾ ਕੇ ਰਾਜਨੀਤਿਕ ਸੱਤਾ ਨੂੰ ਆਪਣੇ ਹੱਥ ਦੇ ਵਿੱਚ ਲੈਣਾ। ਸੋ ਦਿਸ ਇਜ਼ ਆਲ ਅਬਾਊਟ ਲੇਟੈਸਟ ਥਿਊਰੀ ਆਫ ਡੈਮੋਕ੍ਰੇਸੀ। ਤੋ ਇਹ ਕਾਫੀ ਸਾਰੇ ਸਟੂਡੈਂਟਸ ਵੱਲੋਂ ਮੈਨੂੰ ਟੈਲੀਫੋਨਿਕਲੀ ਕਾਲਸ ਆਈਆਂ ਸੀਗੀਆਂ ਕਿ ਮੈਡਮ ਤੁਸੀਂ ਸਾਨੂੰ ਅਲੀਟ ਥਿਊਰੀ ਦੇ ਵਾਸਤੇ ਜਿਹੜਾ ਆ ਉਹ ਵੀਡੀਓ ਜ਼ਰੂਰ ਬਣਾਓ। ਪਰ ਕੁਝ ਕੁ ਮੇਰੀਆਂ ਪਰਸਨਲ ਅਸਾਈਨਮੈਂਟਸ ਲਾਸਟ ਮੰਥ ਇੱਦਾਂ ਦੀਆਂ ਰਹੀਆਂ ਕਿ ਮੈਂ ਇਮੀਡੀਏਟਲੀ ਤੁਹਾਡੇ ਟਾਈਮ ਨਹੀਂ ਮਿਲਿਆ ਕਿ ਤੁਹਾਡੇ ਨਾਲ ਕੋਆਰਡੀਨੇਟ ਕਰਕੇ ਤਾਂ ਇਹ ਜਿਹੜੀ ਵੀਡੀਓ ਹੈ ਅਪਲੋਡ ਕਰ ਸਕਾਂ। ਵਿਦ ਦਾ ਗ੍ਰੇਸ ਆਫ ਆਲਮਾਈਟੀ ਅੱਜ ਤੇ ਤੁਹਾਡੀਆਂ ਬੈਸਟ ਵਿਸ਼ਿਸ ਦੇ ਨਾਲ ਅੱਜ ਮੈਂ ਤੁਹਾਡੇ ਵਿੱਚ ਹਾਂ ਔਰ ਇਹ ਮੈਂ ਥਿਊਰੀ ਜਿਹੜੀ ਹੈ ਤੁਹਾਡੇ ਨਾਲ ਜਿੰਨਾ ਐਜ਼ ਪਰ ਮਾਈ ਬੈਸਟ ਮੈਂ ਤੁਹਾਡੇ ਨਾਲ ਇਹ ਥਿਊਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ। ਜੇ ਤੁਹਾਨੂੰ ਇਹ ਚੰਗਾ ਲੱਗਦਾ ਆ, ਤੁਹਾਡੀ ਨੌਲੇਜ ਵਿੱਚ ਅੱਜ ਦਾ ਇਹ ਦੱਸਿਆ ਗਿਆ ਸਿਧਾਂਤ ਵਾਧਾ ਕਰਦਾ ਹੈ, ਅਤੇ ਕਾਈਂਡਲੀ ਇਸ ਨੂੰ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਸ਼ੇਅਰ ਕਰਨਾ ਅਤੇ ਆਪਣੇ ਜਿਹੜੇ ਆ ਪਰਿਵਾਰਕ ਅਤੇ ਜਿਹੜੇ ਤੁਹਾਡੇ ਦੋਸਤ ਨੇ ਪਰਿਵਾਰਕ ਮੈਂਬਰ ਅਤੇ ਦੋਸਤਾਂ ਦੇ ਨਾਲ ਇਹਨੂੰ ਜ਼ਰੂਰ ਜਿਹੜਾ ਹੈ ਨਾ ਸ਼ੇਅਰ ਕਰਨਾ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ। ਤੋ ਫਿਰ ਵੀ ਸਟੂਡੈਂਟਸ ਐਂਡ ਮਾਈ ਫਰੈਂਡਸ, ਜਿਵੇਂ ਹੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੁਛ ਹੋਰ ਸਿਧਾਂਤ ਸਮਝਣ ਜਾਂ ਕੁਛ ਹੋਰ ਇਸ ਤਰ੍ਹਾਂ ਦੀ ਨੌਲੇਜ ਲੈਣੀ ਚਾਹੁੰਦੇ ਹੋ ਜਿਹੜੀ ਮੈਂ ਅਪਲੋਡ ਇੱਥੇ ਨਹੀਂ ਕੀਤੀ, ਮੈਨੂੰ ਨਵੇਂ ਆਈਡੀਆਜ਼ ਦੇ ਨਾਲ ਤੁਸੀਂ ਇਨਬਾਕਸ ਦੇ ਵਿੱਚ ਆਪਣੇ ਕਮੈਂਟਸ ਪਲੀਜ਼ ਜ਼ਰੂਰ ਭੇਜਣੇ ਤਾਂ ਕਿ ਮੈਂ ਜਿਹੜੀ ਆ ਐਜ਼ ਪਰ ਮਾਈ ਬੈਸਟ ਮੈਂ ਤੁਹਾਡੇ ਨਾਲ ਟੱਚ ਦੇ ਵਿੱਚ ਰਵਾਂ ਅਤੇ ਨਵੀਂ ਜਿਹੜੀ ਸਿਧਾਂਤ ਹੈ, ਰਾਜਨੀਤਿਕ ਸਿਧਾਂਤ ਹੈ, ਰਾਜਨੀਤਿਕ ਜਿਹੜੀਆਂ
ਨਵੀਆਂ ਡਿਵੈਲਪਮੈਂਟਸ ਹੈ ਉਹ ਮੈਂ ਤੁਹਾਡੇ ਨਾਲ ਡੇ ਬਾਏ ਡੇ ਸਾਂਝੀ ਕਰ ਸਕਦੀ ਹਾਂ। ਸੋ ਥੈਂਕ ਯੂ ਵੈਰੀ ਮੱਚ, ਥੈਂਕ ਯੂ ਅਗੇਨ, ਬਹੁਤ ਬਹੁਤ ਧੰਨਵਾਦ।